हेलो डियर स्टूडेंट्स। बेटे अज ਆਪਾਂ थर्ड चैप्टर स्टडी करांगे एटम्स एंड मॉलिक्यूल्स। सो फस्ट ऑफ ऑल एटम्स की ਹੁੰਦੇ ਨੇ। ਐਜ਼ ਵੀ ਗੋਇੰਗ ਔਨ ਡਿਵਾਈਡਿੰਗ ਮੈਟਰ, ਜਦੋਂ ਅਸੀਂ ਕਿਸੇ ਮੈਟਰ ਨੂੰ ਡਿਵਾਈਡ ਕਰਦੇ ਹਾਂ, ਤੋੜਦੇ ਜਾਂਦੇ ਹਾਂ, ਮੈਟਰ ਮੇ ਬੀ ਸੋਲਿਡ, ਲਿਕੁਇਡ, ਗੈਸ, ਕੋਈ ਵੀ ਹੋ ਸਕਦਾ ਹੈ। ਵੀ ਸੈਲ ਗੈਟ ਸਮਾਲਰ ਐਂਡ ਸਮਾਲਰ ਪਾਰਟੀਕਲਸ, ਸਾਨੂੰ ਛੋਟੇ ਤੋਂ ਛੋਟਾ ਪਾਰਟੀਕਲਸ ਦੇ ਵਿੱਚ ਟੁੱਟਦੇ ਜਾਣਗੇ, ਛੋਟੇ ਤੋਂ ਛੋਟੇ ਪਾਰਟੀਕਲ ਸਾਨੂੰ ਮਿਲਦੇ ਜਾਣਗੇ। ਅਲਟੀਮੇਟਲੀ ਇਹ ਸਟੇਜ ਵਿਲ ਕਮ, ਇੱਕ ਐਸੀ ਸਟੇਜ ਆ ਜਾਏਗੀ ਵੈਨ ਵੀ ਸੈਲ come across a smallest particle beyond which further division will not be possible। ਇੱਕ ਐਸਾ smallest particle ਸਾਡੇ ਕੋਲ ਆ ਜਾਵੇਗਾ ਜਿਸ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ। ਮੈਂ ਰਿਪੀਟ ਕਰਦਾ ਹਾਂ, ਜਦੋਂ ਕਿਸੇ ਮੈਟਰ ਨੂੰ ਤੋੜਦੇ ਹਾਂ ਤਾਂ ਉਹ ਛੋਟੇ ਤੋਂ ਛੋਟਾ ਹੁੰਦਾ ਜਾਏਗਾ, ਅੱਗੇ ਇੱਕ ਐਸਾ ਪਾਰਟੀਕਲ ਆ ਜਾਊਗਾ ਜਿਸ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ। ਹੀ ਨੇਮਡ ਦੀਜ਼ ਪਾਰਟੀਕਲਸ ਪਰਮਾਣੂ, ਇਸ ਨੂੰ ਪਰਮਾਣੂ ਕਿਹਾ ਗਿਆ ਹੈ। ਇਸ ਨੂੰ ਅਸੀਂ ਐਟਮ ਵੀ ਆਖਦੇ ਹਾਂ। ਸੋ ਐਟਮ ਕੀ ਹੈ? ਐਟਮ ਇਜ਼ ਦੀ ਸਮਾਲੈਸਟ ਪਾਰਟੀਕਲ ਵਿਚ ਕੈਨ ਨਾਟ ਬੀ ਡਿਵਾਈਡਡ ਫਰਦਰ। ਇਹ ਉਹ ਸਮਾਲੈਸਟ ਪਾਰਟੀਕਲ ਹੈ ਜਿਸ ਨੂੰ ਅੱਗੇ ਅਸੀਂ ਤੋੜ ਨਹੀਂ ਸਕਦੇ। So a stage will come when particle obtained cannot be divided further. This it is called atom. ਇਸ ਨੂੰ ਕੀ ਕਿਹਾ ਜਾਂਦਾ ਹੈ? Atom. So atom is the smallest particle which cannot be further divided. ਜਿਸ ਨੂੰ ਅੱਗੇ ਅਸੀਂ divide ਨਹੀਂ ਕਰ ਸਕਦੇ। ਸੋ ਅੱਗੇ ਆ ਬੇਟੇ law of ਕੈਮੀਕਲ ਕੰਬੀਨੇਸ਼ਨ। ਲਾ ਆਫ ਕੈਮੀਕਲ ਕੰਬੀਨੇਸ਼ਨ ਕੀ ਹੈ? ਇਹ ਦੋ ਲਾ ਹਨ। ਫਸਟ ਲਾ ਹੈ ਦੀ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਲਾ ਆਫ ਕੰਜ਼ਰਵੇਸ਼ਨ ਆਫ ਮਾਸ, ਇਹ ਲਾ ਕੀ ਹੈ? ਜਿਹੜਾ ਟੋਟਲ ਮਾਸ ਹੈ, law of conservation of mass states that mass can neither be created nor destroyed in a chemical reaction। ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ ਮਾਸ ਨਾ ਤਾਂ ਪੈਦਾ ਕੀਤਾ ਜਾਂਦਾ ਹੈ ਅਤੇ ਨਾ ਹੀ ਡਿਸਟਰੋਏ ਕੀਤਾ ਜਾ ਸਕਦਾ। ਮਾਸ ਨਾ ਤਾਂ ਪੈਦਾ ਹੋਵੇਗਾ, ਨਾ ਹੀ ਡਿਸਟਰੋਏ ਹੋਵੇਗਾ। ਟੋਟਲ ਮਾਸ ਓਨਾ ਹੀ ਰਹਿ ਜਾਵੇਗਾ। ਜਿਸ ਤਰ੍ਹਾਂ 30 ਗ੍ਰਾਮ ਅਤੇ 10 ਗ੍ਰਾਮ ਦੋ ਮਾਸ ਅਸੀਂ ਕੰਬਾਈਨ ਕਰੀਏ ਤਾਂ ਜਿਹੜਾ ਨੈਕਸਟ ਪ੍ਰੋਡਕਟ ਬਣੇਗਾ ਉਹਨਾਂ ਦਾ ਟੋਟਲ ਵੀ 40 ਹੀ ਹੋਵੇਗਾ, ਚਾਹੇ ਉਹ 20 ਗ੍ਰਾਮ ਪਲੱਸ 20 ਗ੍ਰਾਮ ਕਿਉਂ ਨਾ ਹੋਵੇ। ਸੋ ਰਿਐਕਸ਼ਨ ਤੋਂ ਪਹਿਲਾਂ ਵਾਲਾ ਮਾਸ ਅਤੇ ਬਾਅਦ ਵਾਲਾ ਮਾਸ ਦੋਨੋਂ ਸੇਮ ਰਹਿਣਗੇ। ਇਹ ਹੈ ਲਾ ਆਫ ਕੰਜ਼ਰਵੇਸ਼ਨ ਆਫ ਮਾਸ। ਮਾਸ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਡਿਸਟਰੋਇਡ ਇਨ ਏ ਕੈਮੀਕਲ ਰਿਐਕਸ਼ਨ। ਕਿਸੇ ਰਿਐਕਸ਼ਨ ਦੇ ਵਿੱਚ ਮਾਸ ਹੈ ਜਿਹੜਾ ਟੋਟਲ ਪ੍ਰੋਡਕਟ ਅਤੇ ਰਿਐਕਟੈਂਟ ਦਾ ਬਰਾਬਰ ਰਹੇਗਾ। ਸੈਕਿੰਡ, ਲਾ ਆਫ ਕੌਂਸਟੈਂਟ ਪ੍ਰਪੋਰਸ਼ਨਸ। ਲਾ ਆਫ ਕੌਂਸਟੈਂਟ ਪ੍ਰਪੋਰਸ਼ਨਸ ਕੀ ਹੈ? ਇਨ ਏ ਕੰਪਾਊਂਡ ਸੱਚ ਐਜ਼ ਵਾਟਰ, ਇੱਕ ਆਪਾਂ ਕੰਪਾਊਂਡ ਲੈ ਲਈਏ ਵਾਟਰ ਦਾ। ਫਾਰਮੂਲਾ, ਕੈਮੀਕਲ ਫਾਰਮੂਲਾ ਆਫ ਵਾਟਰ ਇਜ਼ H2O। ਦੀ ਰੇਸ਼ੀਓ ਆਫ ਮਾਸ ਆਫ ਹਾਈਡਰੋਜਨ ਟੂ ਦਾ ਮਾਸ ਆਫ ਆਕਸੀਜਨ ਇਜ਼ ਆਲਵੇਜ਼ 1:80। ਹਾਈਡਰੋਜਨ ਦਾ ਜੋ ਮਾਸ ਹੈ 1 ਹੈ ਅਤੇ ਆਕਸੀਜਨ ਦਾ 16 ਹੈ। ਇੱਥੇ 2 ਹਾਈਡਰੋਜਨ ਦੇ ਮੋਲੀਕਿਊਲ ਹਨ, ਇਸ ਲਈ ਮਾਸ ਕਿੰਨਾ ਹੋ ਜਾਵੇਗਾ? 2:16। ਜਦੋਂ ਇਸ ਨੂੰ ਅਸੀਂ ਰਿਡਿਊਸ ਕਰਾਂਗੇ ਤਾਂ ਰੇਸ਼ੋ ਆ ਜਾਏਗੀ 1:8। ਸੋ ਹਾਈਡਰੋਜਨ ਅਤੇ ਆਕਸੀਜਨ ਦੀ ਰੇਸ਼ੋ ਕਿੰਨੀ ਹੈ? 1:8।
ਜੇ 1 ਗ੍ਰਾਮ ਹਾਈਡਰੋਜਨ ਲਵਾਂਗੇ ਤਾਂ 8 ਗ੍ਰਾਮ ਆਕਸੀਜਨ ਲਵਾਂਗੇ। ਵਾਟ ਐਵਰ ਦੀ ਸੋਰਸ ਆਫ ਵਾਟਰ, ਪਾਣੀ ਕਿਸੇ ਵੀ ਥਾਂ ਦਾ ਹੋਵੇ, ਇਫ 9 ਗ੍ਰਾਮ ਆਫ ਵਾਟਰ ਇਜ਼ ਡੀਕੰਪੋਜ਼ਡ, ਜੇ 9 ਗ੍ਰਾਮ ਵਾਟਰ ਨੂੰ ਅਸੀਂ ਤੋੜੀਏ ਤਾਂ 1 ਗ੍ਰਾਮ ਕੀ ਹੋਏਗਾ, ਹਾਈਡਰੋਜਨ ਐਂਡ 8 ਗ੍ਰਾਮ ਆਕਸੀਜਨ ਆਰ ਆਲਵੇਜ਼ obtained, ਇੰਨਾ ਹੀ ਮਿਲੇਗਾ। ਸਿਮਿਲਰਲੀ ਅਮੋਨੀਆ NH3, ਇਸ ਦਾ ਫਾਰਮੂਲਾ ਹੁੰਦਾ ਹੈ NH3। ਅਮੋਨੀਆ ਦਾ ਮਾਸ 14 ਹੈ, ਨਾਈਟ੍ਰੋਜਨ ਦਾ ਮਾਸ 14 ਹੈ ਅਤੇ ਹਾਈਡਰੋਜਨ ਦਾ 1। ਇੱਥੇ 3 ਮੋਲੀਕਿਊਲ ਨੇ, ਇਸ ਲਈ ਮਾਸ ਕਿੰਨਾ ਹੋ ਗਿਆ 13, ਅਤੇ ਰੇਸ਼ੋ ਕਿੰਨੀ ਹੋ ਜਾਏਗੀ 14:13 ਬਾਏ ਮਾਸ। ਤੋ ਜਦੋਂ ਵੀ ਅਸੀਂ ਅਮੋਨੀਆ ਨੂੰ ਤੋੜਾਂਗੇ ਤਾਂ 40 ਗ੍ਰਾਮ ਸਾਨੂੰ ਨਾਈਟ੍ਰੋਜਨ ਮਿਲੇਗੀ ਅਤੇ 3 ਗ੍ਰਾਮ ਹਾਈਡਰੋਜਨ ਮਿਲੇਗੀ। ਸੋ ਦਿਸ ਲੈਡ ਟੂ ਦਾ ਲਾਅ ਆਫ ਕੌਂਸਟੈਂਟ ਪ੍ਰਪੋਰਸ਼ਨ ਵਿਚ ਇਜ਼ ਨੋਨ ਐਜ਼ ਦੀ ਲਾਅ ਆਫ ਡੈਫੀਨਾਈਟ ਪ੍ਰਪੋਰਸ਼ਨ। ਇਸ ਨੂੰ ਡੈਫੀਨਾਈਟ ਪ੍ਰਪੋਰਸ਼ਨ ਕਿਹਾ ਜਾਂਦਾ ਹੈ, ਇੱਕ ਖਾਸ ਅਨੁਪਾਤ, ਇੱਕ ਪੱਕਾ ਅਨੁਪਾਤ। ਜਿਵੇਂ ਪਾਣੀ ਵਿੱਚ ਕਿੰਨਾ ਹੈ, ਹਾਈਡਰੋਜਨ ਅਤੇ ਆਕਸੀਜਨ ਦਾ 1:8, ਅਤੇ ਅਮੋਨੀਆ ਦੇ ਵਿੱਚ ਕਿੰਨਾ ਹੈ 14:3। ਸੋ ਦਿਸ ਲਾਅ ਸਟੇਟਸ chemical substance, the elements are always present in definite proportions by mass। ਕਿਸੇ ਵੀ ਕੰਪਾਊਂਡ ਦੇ ਵਿੱਚ ਐਲੀਮੈਂਟ ਕਿਸੇ ਖਾਸ ਅਨੁਪਾਤ ਵਿੱਚ ਹੁੰਦੇ ਹਨ। ਜਿਵੇਂ ਪਾਣੀ ਵਿੱਚ 1:8, ਅਤੇ ਅਮੋਨੀਆ ਦੇ ਵਿੱਚ ਨਾਈਟ੍ਰੋਜਨ ਅਤੇ ਹਾਈਡਰੋਜਨ ਦਾ ਅਨੁਪਾਤ ਕਿੰਨਾ ਹੈ 14:3। ਸੋ ਹਰੇਕ ਕੰਪਾਊਂਡ ਦੇ ਵਿੱਚ ਇੱਕ ਡੈਫੀਨਾਈਟ ਪ੍ਰਪੋਰਸ਼ਨ ਹੁੰਦਾ ਹੈ। ਜੇਕਰ ਥੋੜ੍ਹਾ ਜਿਹਾ ਵੀ ਚੇਂਜ ਹੋ ਜਾਵੇ, ਸਪੋਜ਼ ਹਾਈਡਰੋਜਨ ਅਤੇ ਆਕਸੀਜਨ ਵਾਟਰ ਦੇ ਵਿੱਚ, ਇਸ ਦਾ ਰੇਸ਼ੋ ਕਿੰਨੀ ਹੈ 1:8। ਜੇ ਇਹ ਡਬਲ ਹੋ ਜਾਵੇ, ਇੱਕ ਆਕਸੀਜਨ ਦਾ ਮੋਲੀਕਿਊਲ ਹੋਵੇ ਤਾਂ ਕੰਪਾਊਂਡ ਚੇਂਜ ਹੋ ਜਾਏਗਾ, ਇਹ ਬਣ ਜਾਏਗਾ ਹਾਈਡਰੋਜਨ ਪੈਰਾਆਕਸਾਈਡ। ਇੱਕ ਆਕਸੀਜਨ ਐਡ ਹੋਣ ਦੇ ਨਾਲ ਹਾਈਡਰੋਜਨ ਪੈਰਾਆਕਸਾਈਡ ਹੋ ਜਾਏਗਾ, ਅਤੇ ਰੇਸ਼ੋ ਕਿੰਨੀ ਹੋ ਜਾਏਗੀ 1:16। ਇੰਨਾ ਫਰਕ ਪੈ ਜਾਂਦਾ ਹੈ। ਇਸ ਲਈ ਹਰੇਕ ਕੰਪਾਊਂਡ ਦੇ ਵਿੱਚ ਐਲੀਮੈਂਟ ਦਾ ਜਿਹੜਾ ਮਾਸ ਹੈ, these are in definite proportion or in fixed proportion, ਇੱਕ ਪੱਕੇ ਪ੍ਰਪੋਰਸ਼ਨ ਦੇ ਵਿੱਚ ਹੋਵੇਗਾ। ਸੋ ਇਸ ਨੂੰ ਬੇਟੇ ਪੜ੍ਹਨਾ ਹੈ ਕਿ ਐਟਮ ਕੀ ਹੈ ਅਤੇ ਲਾਅ ਆਫ ਕੌਂਸਟੈਂਟ ਪ੍ਰਪੋਰਸ਼ਨ ਕੀ ਹਨ। 2 ਲਾਅ ਅਸੀਂ ਸਟੱਡੀ ਕੀਤੇ ਹਨ। ਪਹਿਲਾ ਲਾਅ ਆਫ conservation of mass, law of conservation of mass, and second is law of constant proportions। ਇਹ ਦੋਨੋਂ ਤੁਸੀਂ ਸਿੱਖ ਲੈਣੇ ਹਨ, ਅਤੇ ਇਹਦੇ ਨਾਲ ਸੰਬੰਧਿਤ ਆਪਾਂ ਕੁਐਸਚਨ ਆਨਸਰ ਵੀ ਡਿਸਕਸ ਕਰਾਂਗੇ ਬੇਟੇ। ਇਸ ਨੂੰ ਪੜ੍ਹ ਲੈਣਾ ਹੈ ਅੱਜ। ਥੈਂਕ ਯੂ, ਹੈਵ ਅ ਨਾਈਸ ਡੇ।